हेलो एवरीवन, वेलकम टू स्टडी शॉर्टकट। योर स्टडी बिकम्स ईजियर। ਤਾਂ ਆਪਾਂ ਲਿਖੇ ਆਏ ਹਾਂ ਜੀ ਪੰਜਾਬੀ ਗ੍ਰਾਮਰ ਸੀਰੀਜ਼ ਦਾ ਅੱਜ 10ਵਾਂ ਲੈਕਚਰ, ਜਿਹਦੇ ਵਿੱਚ ਆਪਾਂ ਕਰਾਂਗੇ ਜੀ ਪੰਜਾਬੀ ਵਿਆਕਰਨ ਦੇ ਭਾਗ ਬਾਰੇ। ਪੰਜਾਬੀ ਵਿਆਕਰਨ ਦੇ ਭਾਗਾਂ ਬਾਰੇ ਸਮਝਾਂਗੇ ਤੇ ਡਿਟੇਲ ਦੇ ਵਿੱਚ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ, ਆਪਣੀ ਪੰਜਾਬੀ ਗ੍ਰਾਮਰ ਦੀ ਇਹ ਸੀਰੀਜ਼ ਸਾਰੇ ਹੀ ਪੰਜਾਬ ਦੇ ਜਿਹੜੇ ਗਵਰਨਮੈਂਟ ਐਗਜ਼ਾਮਸ ਹੈਗੇ ਉਹਨਾਂ ਲਈ ਇਹ ਹੈਲਪਫੁਲ ਰਹਿਣ ਵਾਲੀ ਹੈ, ਚਾਹੇ ਉਹ ETT ਦਾ ਹੋਵੇ, NTT ਦਾ ਹੋਵੇ, ਮਾਸਟਰ ਕੈਡਰ ਦਾ ਹੋਵੇ, ਪਟਵਾਰੀ ਦਾ ਹੋਵੇ, ਜਿੰਨੇ ਵੀ ਪੰਜਾਬ ਦੇ ਰਿਲੇਟਡ ਹੈਗੇ ਆ ਜਿੱਥੇ ਪੰਜਾਬੀ ਸਬਜੈਕਟ ਐਜ਼ ਅ ਸਬਜੈਕਟ ਜਿਹੜਾ ਪੇਪਰ ਦੇ ਵਿੱਚ ਆਉਂਦਾ, ਉੱਥੇ ਪੰਜਾਬੀ ਗ੍ਰਾਮਰ ਉਹਨਾਂ ਲਈ ਹੈਲਪਫੁਲ ਰਹਿਣ ਵਾਲੀ ਹੈ। ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ, ਜੇ ਤੁਹਾਨੂੰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓਜ਼ ਤੇ ਪੰਜਾਬੀ ਗ੍ਰਾਮਰ ਦੀ ਸੀਰੀਜ਼ ਦੀਆਂ ਆਉਣ ਵਾਲੀਆਂ ਅੱਗੇ ਸਾਰੀ ਵੀਡੀਓਜ਼ ਦੀ ਅਪਡੇਟ ਜਿਹੜੀ ਆ ਉਹ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲ ਜਾਏਗੀ। ਤਾਂ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਤੇ ਦੇਖਦੇ ਹਾਂ ਪੰਜਾਬੀ ਵਿਆਕਰਨ ਬਾਰੇ। ਹਾਂਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਪੰਜਾਬੀ ਵਿਆਕਰਨ। ਪੰਜਾਬੀ ਵਿਆਕਰਨ ਦੇ ਅੱਜ ਆਪਾਂ ਪੜਾਂਗੇ ਕਿ ਕਿੰਨੇ ਭਾਗ ਹੁੰਦੇ ਆ। ਪੰਜਾਬੀ ਵਿਆਕਰਨ ਦੇ ਟੋਟਲ ਜਿਹੜੇ ਆ ਜੀ 4 ਭਾਗ ਹੁੰਦੇ ਆ। 4 ਭਾਗ ਦੇ ਵਿੱਚ ਪਹਿਲਾ ਭਾਗ ਹੈਗਾ, ਪਹਿਲਾ ਭਾਗ ਦਾ ਨਾਮ ਹੈ ਜੀ ਧੁਨੀ ਬੋਧ, ਦੂਸਰੇ ਦਾ ਨਾਮ ਹੈ ਜੀ ਸ਼ਬਦ ਬੋਧ, ਤੀਸਰੇ ਦਾ ਨਾਮ ਹੈ ਜੀ ਵਾਕ ਬੋਧ ਤੇ ਚੌਥੇ ਦਾ ਨਾਮ ਹੈਗਾ ਜੀ ਅਰਥ ਬੋਧ। ਤਾਂ ਪੰਜਾਬੀ ਵਿਆਕਰਨ ਜਿਹੜੀ ਹੈ ਤੇ ਅਕਸਰ ਕੁਐਸਚਨ ਜਿਹੜਾ ਤੁਸੀਂ PSTET ਦੇ ਵਿੱਚ ਵੀ ਦੇਖਿਆ ਹੋਏਗਾ, ਕੁਐਸਚਨ ਆਉਂਦਾ ਕਿ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ। ਤਾਂ ਜਿਹੜੇ ਪੰਜਾਬੀ ਵਿਆਕਰਨ ਦੇ ਕੁੱਲ ਭਾਗ ਹਨ ਉਹ ਹੈਗੇ ਆ ਜੀ 4। ਇਸ ਦਾ ਰਾਈਟ ਆਂਸਰ ਹੋਏਗਾ 4। ਕਿਹੜੇ ਕਿਹੜਿਆਂ ਦੇ ਨਾਮ ਵੀ ਕਈ ਵਾਰ ਪੁੱਛ ਲੈਂਦੇ ਆ। ਪਹਿਲਾ ਹੈ ਜੀ ਧੁਨੀ ਬੋਧ, ਫਿਰ ਸ਼ਬਦ ਬੋਧ, ਦੈਨ ਵਾਕ ਬੋਧ ਤੇ ਚੌਥਾ ਹੈ ਜੀ ਅਰਥ ਬੋਧ। ਧੁਨੀ ਬੋਧ ਦੀ ਆਪਾਂ ਗੱਲ ਕਰੀਏ ਤਾਂ ਧੁਨੀ ਬੋਧ ਕੀ ਹੁੰਦਾ ਜੀ? ਧੁਨੀ ਬੋਧ, ਬੋਧ ਦਾ ਮਤਲਬ ਹੈ ਜਿੱਥੋਂ ਸਾਨੂੰ ਗਿਆਨ ਹੋਵੇ। ਵਿਆਕਰਨ ਦਾ ਉਹ ਭਾਗ ਜਿੱਥੋਂ ਸਾਨੂੰ ਧੁਨੀਆਂ ਬਾਰੇ ਗਿਆਨ ਹੁੰਦਾ, ਯਾਨੀ ਕਿ ਸਾਊਂਡ ਬਾਰੇ ਸਾਨੂੰ ਪਤਾ ਚੱਲਦਾ। ਅਗਰ ਆਪਾਂ ਇੰਗਲਿਸ਼ 'ਚ ਗੱਲ ਕਰ ਲਈਏ ਤਾਂ ਸਾਊਂਡ, ਪੰਜਾਬੀ 'ਚ ਧੁਨੀਆਂ। ਧੁਨੀ ਨੂੰ ਜਦੋਂ ਆਪਾਂ ਲਿਖਿਤ ਰੂਪ ਦਿੰਦੇ ਹਾਂ, ਧੁਨੀ ਤਾਂ ਉਹ ਹੁੰਦੀ ਜੋ ਸਾਡੇ ਮੂੰਹ ਦੇ ਵਿੱਚੋਂ ਦੀ ਉਚਾਰਨ ਸਮੇਂ ਜੋ ਆਵਾਜ਼ ਨਿਕਲਦੀ ਹੈ ਉਸਨੂੰ ਅਸੀਂ ਧੁਨੀ ਕਹਿ ਦਿੰਦੇ ਹਾਂ। ਅਤੇ ਧੁਨੀ ਬੋਧ ਨੂੰ ਜਦੋਂ ਅਸੀਂ ਲਿਖਤ ਰੂਪ ਦਿੰਦੇ ਹਾਂ, ਲਿਖਤ ਭਾਸ਼ਾ ਦਾ ਰੂਪ ਦਿੰਦੇ ਹਾਂ, ਤਾਂ ਉਸ ਨੂੰ ਜਿਹੜਾ ਵਰਡ ਆਪਾਂ ਲਿਖਦੇ ਹਾਂ, ਜਿਹੜੇ ਅਲਫਾਬੈਟ ਆਪਾਂ ਲਿਖਦੇ ਹਾਂ, ਜਿਹੜੇ ਅੱਖਰ ਆਪਾਂ ਲਿਖਦੇ ਹਾਂ, ਉਸਨੂੰ ਆਪਾਂ ਕਹਿੰਦੇ ਹਾਂ ਵਰਨ। ਤਾਂ ਉਸ ਕਰਕੇ ਆਪਾਂ ਇਸਨੂੰ ਵਰਨ ਬੋਧ ਵੀ ਕਹਿ ਦਿੰਦੇ ਹਾਂ ਅਤੇ ਅੱਖਰ ਬੋਧ ਵੀ ਕਹਿ ਦਿੰਦੇ ਹਾਂ। ਕਿਉਂਕਿ ਹੁਣ ਵਰਨ ਜਿਹੜਾ ਉਹ ਲਿਖਣਾ ਹੈ ਆਪਾਂ, ਯਾਨੀ ਕਿ ਉਚਾਰੀ ਗਈ ਧੁਨੀ ਨੂੰ ਇੱਕ ਲਿਖਿਤ ਰੂਪ ਦੇਣਾ, ਉਹਨੂੰ ਚਿੰਨ੍ਹਿਤ ਕਰਨਾ, ਉਹਨੂੰ ਇੱਕ ਚਿੰਨ੍ਹ ਦਾ ਰੂਪ ਦੇਣਾ। ਤਾਂ ਚਿੰਨ੍ਹ ਲਈ ਵਰਤੀ ਗਈ ਜਿਹੜੀ ਭਾਸ਼ਾ, ਜਿਹੜੇ ਚਿੰਨ੍ਹ ਆਪਾਂ ਵਰਤਦੇ ਹਾਂ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਉਸ ਭਾਸ਼ਾ ਦੀ ਲਿਪੀ ਹੈ। ਇਸ ਕਰਕੇ ਇਸਨੂੰ ਲਿਪੀ ਬੋਧ ਵੀ ਕਿਹਾ ਜਾਂਦਾ ਹੈ। ਆਪਾਂ ਨੂੰ ਪਤਾ ਹੈ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਕਿਹੜੀ ਹੈ? ਗੁਰਮੁਖੀ। ਇਸ ਕਰਕੇ ਪੰਜਾਬੀ ਭਾਸ਼ਾ ਦੇ ਵਿੱਚ ਉਚਾਰੇ ਗਈਆਂ ਸਾਰੀਆਂ ਧੁਨੀਆਂ ਦਾ ਜਿਹੜਾ ਚਿੰਨ੍ਹ ਹੈਗੇ ਨੇ ਉਹ ਕਿਹੜੀ ਲਿਪੀ ਵਿੱਚ ਲਿਖੇ ਜਾਂਦੇ ਨੇ? ਗੁਰਮੁਖੀ ਲਿਪੀ ਵਿੱਚ। ਇਹ ਹੋ ਗਿਆ ਜੀ ਧੁਨੀ ਬੋਧ। ਇਹ ਵਿਆਕਰਨ ਦਾ ਉਹ ਹਿੱਸਾ ਹੈ, ਉਹ ਭਾਗ ਹੈ ਜਿਹਦੇ ਥਰੂ ਸਾਨੂੰ ਧੁਨੀਆਂ ਬਾਰੇ ਪੂਰਾ ਗਿਆਨ ਜਿਹੜਾ ਉਹ ਮਿਲਦਾ। ਬਾਕੀ ਡਿਟੇਲ ਦੇ ਵਿੱਚ ਸਾਰਾ ਕੁਝ ਆਪਾਂ ਪੜ੍ਹਾਂਗੇ ਜੀ। ਛੋਟ ਜਿਹੜੀ ਹੈ ਮੈਂ ਇੱਥੇ ਐਕਸਪਲੇਨੇਸ਼ਨ ਦੇ ਰਹੀ ਹਾਂ। ਦੂਸਰਾ ਆਪਣੇ ਕੋਲ ਆ ਜਾਂਦਾ ਹੈ ਜੀ ਸ਼ਬਦ ਬੋਧ। ਸ਼ਬਦ ਬੋਧ ਜਿਹੜਾ, ਸ਼ਬਦ ਬੋਧ ਤੋਂ ਸਾਨੂੰ ਸ਼ਬਦਾਂ ਬਾਰੇ, ਸ਼ਬਦਾਂ ਦੀ ਬਣਤਰ ਬਾਰੇ, ਸ਼ਬਦਾਂ ਦੇ ਰੂਪ ਬਾਰੇ, ਸ਼ਬਦਾਂ ਦੀ ਰੂਪਾਂਤਰ ਬਾਰੇ, ਰੂਪ ਕਿਵੇਂ ਲੈਂਦਾ, ਕਿਵੇਂ ਰੂਪਾਂਤਰ ਹੁੰਦਾ, ਕਿਵੇਂ ਚੇਂਜ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਲੜਕਾ ਹੈ, ਲੜਕਾ ਦਾ ਲੜਕੀ ਜਦੋਂ ਆਪਾਂ ਬਣਾਉਂਦੇ ਹਾਂ ਤਾਂ ਇਹ ਸ਼ਬਦ ਕੀ ਹੋ ਗਿਆ? ਚੇਂਜ ਹੋ ਗਿਆ, ਰੂਪਾਂਤਰ ਹੋ ਗਿਆ, ਰੂਪ ਦਾ ਜਿਹੜਾ ਉਹਦਾ ਚੇਂਜ ਹੋ ਗਿਆ। ਕਿਵੇਂ ਚੇਂਜ ਹੋਇਆ? ਕਿਸ ਬੇਸ 'ਤੇ ਚੇਂਜ ਹੋਇਆ ਜੀ? ਇਹ ਜੈਂਡਰ ਬੇਸਿਸ 'ਤੇ, ਯਾਨੀ ਕਿ ਲਿੰਗ ਬਦਲੋ ਜਿਹੜਾ ਆਪਾਂ ਇੱਥੇ ਕਰ ਦਿੱਤਾ ਇਸਦਾ। ਤਾਂ ਇਸ ਤਰ੍ਹਾਂ ਸ਼ਬਦਾਂ ਦੇ ਅਰਥ, ਉਹਨਾਂ ਦਾ ਰੂਪ ਕਿਵੇਂ ਬਣਦੇ ਨੇ ਅਤੇ ਰੂਪਾਂ ਦਾ ਰੂਪਾਂਤਰਨ ਕਿਵੇਂ ਹੁੰਦਾ, ਉਹ ਸਾਰਾ ਸਾਨੂੰ ਵਿਆਕਰਨ ਦੇ ਇਸ ਭਾਗ ਤੋਂ ਨੌਲੇਜ ਮਿਲਦੀ ਹੈ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ ਸ਼ਬਦ ਬੋਧ, ਜਿੱਥੋਂ ਸਾਨੂੰ ਸ਼ਬਦਾਂ ਬਾਰੇ ਗਿਆਨ ਹੋਵੇ, ਬੋਧ ਹੋਵੇ। ਥਰਡ ਭਾਗ ਜਿਹੜਾ ਇਹਦਾ ਆ ਜਾਂਦਾ ਜੀ ਵਾਕ ਬੋਧ। ਬਿਲਕੁਲ ਵਾਕ ਦਾ ਬੋਧ ਹੋਵੇ, ਜਿੱਥੋਂ ਸਾਨੂੰ ਵਾਕਾਂ ਬਾਰੇ ਪਤਾ ਚੱਲੇ। ਦੇਖੋ ਸ਼ਬਦਾਂ ਬਾਰੇ ਪਹਿਲਾਂ ਆਪਾਂ ਧੁਨੀਆਂ ਬਾਰੇ ਪਤਾ ਲਗਾਉਂਦੇ ਹਾਂ, ਵਿਆਕਰਨ ਤੋਂ ਸਿੱਖਦੇ ਹਾਂ, ਫਿਰ ਧੁਨੀਆਂ ਨੂੰ ਜੋੜ ਕੇ ਅਸੀਂ ਸ਼ਬਦ ਬਣਾਉਣਾ ਸਿੱਖਦੇ ਹਾਂ ਅਤੇ ਫਿਰ ਸ਼ਬਦਾਂ ਦੇ ਸਮੂਹ ਤੋਂ ਅਸੀਂ ਇੱਕ ਵਾਕ ਬਣਾਉਣਾ ਸਿੱਖਦੇ ਹਾਂ। ਵਾਕ ਨੂੰ ਬਣਾਉਣ ਦਾ ਜਿਹੜਾ ਹੈ ਸਿਰਫ ਸ਼ਬਦਾਂ ਦਾ ਸਮੂਹ ਹੀ ਨਹੀਂ ਹੁੰਦਾ, ਬਲਕਿ ਵਾਕ ਨੂੰ ਸਹੀ ਬਣਾਉਣ ਲਈ, ਉਹਦੇ ਤੋਂ ਸਹੀ ਅਰਥ ਲੈਣ ਲਈ ਸ਼ਬਦਾਂ ਨੂੰ ਇੱਕ ਸਹੀ ਤਰਤੀਬ ਦੇ ਵਿੱਚ ਲਗਾਉਣਾ ਪੈਂਦਾ, ਸਹੀ ਨਿਯਮਾਂ ਦੇ ਅਕੋਰਡਿੰਗ ਜਿਹੜਾ ਲਗਾਉਣਾ ਪੈਂਦਾ। ਨਿਯਮ ਜਿਹੜੇ ਹੈਗੇ ਨੇ, ਜਿਹਨੂੰ ਆਪਾਂ ਕਹਿੰਦੇ ਬਣਤਰ ਵਾਕ ਦੀ ਕਿਵੇਂ ਹੁੰਦੀ ਆ, ਉਹ ਸਾਰਾ ਸਾਨੂੰ ਵਿਆਕਰਨ ਦੇ ਇਸ ਤੀਸਰੇ ਭਾਗ ਤੋਂ ਪਤਾ ਚੱਲਦਾ ਹੈ ਕਿ ਵਾਕ ਦੀ ਬਣਤਰ ਕਿਸ ਤਰ੍ਹਾਂ ਬਣਦੀ ਹੈ, ਵਾਕ ਦਾ ਨੂੰ ਅਸੀਂ ਰੂਪ ਕਿਵੇਂ ਦੇਣਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਵਾਕ, ਉਹਨਾਂ ਦੇ ਬਣਤਰ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਅਤੇ ਫਿਰ ਉਹਨਾਂ ਵਾਕਾਂ ਦਾ ਰੂਪਾਂਤਰਨ ਵੀ ਜਿਹੜਾ ਉਹ ਸਾਨੂੰ ਇਸੇ ਭਾਗ ਤੋਂ ਦਾ ਗਿਆਨ ਹੁੰਦਾ। ਅਤੇ ਇਹ ਹੋ ਗਿਆ ਜੀ ਵਿਆਕਰਨ ਦਾ ਤੀਸਰਾ ਭਾਗ, ਵਾਕ ਬੋਧ। ਅਤੇ ਧੁਨੀ ਬੋਧ, ਸ਼ਬਦ ਬੋਧ ਅਤੇ ਵਾਕ ਬੋਧ ਤੋਂ ਬਾਅਦ ਇੱਥੇ ਜਿਹੜਾ ਚੌਥਾ ਭਾਗ ਵਿਆਕਰਨ ਦਾ ਆ ਜਾਂਦਾ ਉਹ ਹੁੰਦਾ ਜੀ ਅਰਥ ਬੋਧ। ਹਾਂਜੀ, ਚੌਥਾ ਭਾਗ ਹੈ ਅਰਥ ਬੋਧ, ਜਿੱਥੋਂ ਤੁਹਾਨੂੰ ਸ਼ਬਦਾਂ ਦੇ ਅਰਥਾਂ ਬਾਰੇ, ਦੇਖੋ ਸ਼ਬਦ ਤਾਂ ਆਪਾਂ ਸਿੱਖ ਲਿਆ ਕਿ ਇੱਕ ਸ਼ਬਦ ਜਿਹੜਾ ਹੈ ਧੁਨੀ ਨੂੰ ਜੋੜ ਕੇ ਸ਼ਬਦ ਕਿਵੇਂ ਬਣਾਉਣਾ ਹੈ, ਉਸਦਾ ਰੂਪਾਂਤਰਨ ਕਿਸ ਤਰ੍ਹਾਂ ਕਰਨਾ ਹੈ, ਅਸੀਂ ਦੂਸਰੇ ਭਾਗ ਵਿੱਚ ਸਿੱਖ ਲੈਂਦੇ ਹਾਂ। ਲੇਕਿਨ ਇੱਕ ਸ਼ਬਦ ਦੇ ਜਿਹੜੇ ਹੈਗੇ ਨੇ ਕਈ ਅਰਥ ਹੁੰਦੇ ਨੇ, ਇੱਕ ਸ਼ਬਦ ਦੇ ਕਈ ਅਰਥ ਹੋਣ ਦੇ ਕਾਰਨ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਵਾਕ ਦੇ ਵਿੱਚ ਅਲੱਗ-ਅਲੱਗ ਅਰਥਾਂ ਦੇ ਬੇਸ 'ਤੇ ਉਸਨੂੰ ਜਿਹੜਾ ਹੈ ਉਹ ਯੂਜ਼ ਕਰਨਾ ਹੈ। ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਕਿਵੇਂ ਵਰਤਿਆ ਜਾ ਸਕਦਾ ਹੈ। ਸਮਾਨਾਰਥਕ ਸ਼ਬਦ, ਯਾਨੀ ਕਿ ਐਸੇ ਸ਼ਬਦ ਜਿਨ੍ਹਾਂ ਦਾ ਅਰਥ ਜਿਹੜਾ ਹੈ ਉਹ ਸਮਾਨ ਹੁੰਦਾ ਹੈ। ਵਿਰੋਧੀ ਸ਼ਬਦ ਹੁੰਦੇ ਨੇ ਜਾਂ ਫਿਰ ਬਹੁ ਅਰਥਕ ਸ਼ਬਦ
शब्द होंदे ने कि ਇੱਕੋ ਹੀ शब्द ਦੇ ਕਈ अर्थ ਹੋਣੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਨੌਲੇਜ ਹੈ ਸਾਨੂੰ ਬੋਧ ਹੈ ਗਿਆਨ ਹੈ ਸਾਨੂੰ ਵਿਆਕਰਨ ਦੇ ਇਸ ਚੌਥੇ ਭਾਗ ਤੋਂ ਹੁੰਦਾ ਹੈ ਅਰਥ ਬੋਧ। ਤਾਂ ਇਹ ਹੋ ਗਏ ਜੀ ਵਿਆਕਰਨ ਦੇ 4 ਭਾਗ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ। ਇਹਨਾਂ ਨੂੰ ਲਾਈਨ ਵਾਈਜ਼ ਆਪਾਂ ਇਸ ਤਰ੍ਹਾਂ ਹੀ ਸਿੱਖਾਂਗੇ। ਵਿਆਕਰਨ ਜਿਹੜੀ ਹੈ ਇਸੇ ਤਰ੍ਹਾਂ ਹੀ ਸ਼ੁਰੂ ਹੁੰਦੀ ਹੈ ਜੀ। ਵਿਆਕਰਨ ਦੇ ਭਾਗ ਪਹਿਲੇ 4 ਹੁੰਦੇ ਆ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ। ਤੇ ਲਾਈਨ ਵਾਈਜ਼ ਆਪਾਂ ਧੁਨੀ ਤੋਂ ਜਿਹੜਾ ਹੈ ਸਾਰਾ ਸ਼ੁਰੂ ਕਰਦੇ ਜਾਵਾਂਗੇ ਜੀ ਤੇ ਲਾਸਟ ਦੇ ਵਿੱਚ ਅਰਥ ਬੋਧ ਤੱਕ ਆਪਾਂ ਪਹੁੰਚਾਂਗੇ। ਹਾਂਜੀ, ਹੁਣ ਆਪਾਂ ਕਰਨ ਲੱਗੇ ਹਾਂ ਜੀ ਧੁਨੀ ਬੋਧ। ਧੁਨੀ ਬੋਧ ਨੂੰ ਫਸਟ ਜਿਹੜਾ ਆਪਣਾ ਵਿਆਕਰਨ ਦਾ ਭਾਗ ਸੀਗਾ, ਪਹਿਲਾ ਭਾਗ ਹੈਗਾ ਧੁਨੀ ਬੋਧ, ਉਸਨੂੰ ਡਿਟੇਲ ਦੇ ਵਿੱਚ ਆਪਾਂ ਪੜ੍ਹਾਂਗੇ। ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਧੁਨੀਆਂ ਦਾ ਵਰਗੀਕਰਨ, ਯਾਨੀ ਕਿ ਜਿਹੜੀਆਂ ਧੁਨੀਆਂ ਨੇਗੀਆਂ, ਸਾਊਂਡਸ ਨੇ ਜਿਨ੍ਹਾਂ ਨੂੰ ਆਪਾਂ ਉਚਾਰਦੇ ਹਾਂ, ਉਹਨਾਂ ਦਾ ਅਗਰ ਆਪਾਂ ਵਰਗੀਕਰਨ ਕਰੀਏ ਤਾਂ ਸਾਰੀ ਧੁਨੀਆਂ ਨੇ ਉਹ ਕਿੰਨੇ ਭਾਗਾਂ ਵਿੱਚ ਡਿਵਾਈਡ ਹੁੰਦੀਆਂ ਨੇ? ਤਾਂ ਜੀ ਉਹ ਹੁੰਦੀਆਂ ਨੇ 2 ਭਾਗਾਂ ਵਿੱਚ ਡਿਵਾਈਡ ਹੁੰਦੀਆਂ ਨੇ। ਸਾਰੀਆਂ ਧੁਨੀਆਂ ਨੂੰ ਅਸੀਂ 2 ਭਾਗਾਂ ਵਿੱਚ ਡਿਵਾਈਡ ਕਰਦੇ ਹਾਂ। ਇੱਕ ਦਾ ਨਾਮ ਹੈਗਾ ਜੀ ਖੰਡੀ ਧੁਨੀਆਂ ਤੇ ਦੂਸਰੀ ਦਾ ਨਾਮ ਹੈ ਅਖੰਡੀ ਧੁਨੀਆਂ। ਤਾਂ ਖੰਡੀ ਧੁਨੀਆਂ, ਅਖੰਡੀ ਧੁਨੀਆਂ, ਇਹ 2 ਜਿਹੜੀਆਂ ਟਾਈਪਸ ਨੇ ਉਹ ਧੁਨੀਆਂ ਦੀਆਂ ਟਾਈਪਸ ਨੇਗੀਆਂ। ਧੁਨੀਆਂ ਦਾ ਵਰਗੀਕਰਨ 2 ਭਾਗਾਂ ਵਿੱਚ ਕੀਤਾ ਜਾਂਦਾ ਹੈ। ਪਹਿਲੇ ਭਾਗ ਦਾ ਨਾਮ ਹੈਗਾ ਜੀ ਖੰਡੀ ਧੁਨੀਆਂ, ਦੂਸਰੇ ਦਾ ਨਾਮ ਹੈ ਅਖੰਡੀ ਧੁਨੀਆਂ। ਹੁਣ ਖੰਡੀ ਧੁਨੀਆਂ ਨੂੰ ਅਸੀਂ ਅੱਗੇ 3 ਭਾਗਾਂ ਵਿੱਚ ਵੰਡਦੇ ਹਾਂ, ਜਿਹਦੇ ਵਿੱਚ ਆਉਂਦੇ ਆ ਸਭ ਤੋਂ ਪਹਿਲਾਂ ਹੈਗਾ ਜੀ ਸਵਰ, ਦੂਸਰਾ ਹੈ ਅਰਧ ਸਵਰ ਤੇ ਤੀਸਰਾ ਹੈਗਾ ਜੀ ਵਿਅੰਜਨ। ਤਾਂ ਖੰਡੀ ਧੁਨੀਆਂ ਦੀ ਅੱਗੇ 3 ਟਾਈਪਸ ਆ ਜਾਂਦੀਆਂ ਨੇ, ਸਵਰ, ਅਰਧ ਸਵਰ ਤੇ ਵਿਅੰਜਨ। ਸਵਰਾਂ ਨੂੰ ਅੱਗੇ ਤੁਹਾਨੂੰ ਪਤਾ ਸਵਰ ਜਿਹੜੇ ਪੰਜਾਬੀ ਭਾਸ਼ਾ ਵਿੱਚ ਕਿੰਨੇ ਸਵਰ ਹੁੰਦੇ ਹਨ? ਪੰਜਾਬੀ ਭਾਸ਼ਾ ਵਿੱਚ 3 ਸਵਰ ਜਿਹੜੇ ਹੁੰਦੇ ਨੇ, ਊੜਾ, ਆੜਾ ਤੇ ਈੜੀ। ਇਹ 3 ਸਵਰ ਜਿਹੜੇ ਪੰਜਾਬੀ ਭਾਸ਼ਾ ਵਿੱਚ ਮੰਨੇ ਜਾਂਦੇ ਨੇ। ਤੁਹਾਨੂੰ ਵਿਅੰਜਨ ਵੀ ਸੁਣੇ ਹੋਣਗੇ, ਸਵਰ ਵੀ ਸੁਣੇ ਹੋਣਗੇ, ਪਰ ਅਰਧ ਸਵਰ ਜਿਹੜੇ ਆ ਇਹ ਨਹੀਂ ਸੁਣੇ ਹੋਣਗੇ। ਪਰ ਅਰਧ ਸਵਰ ਵੀ ਪੰਜਾਬੀ ਭਾਸ਼ਾ ਵਿੱਚ ਹੁੰਦੇ ਹਨ। ਅਰਧ ਸਵਰ ਕਿਹੜੇ ਆ ਜੀ ਪੰਜਾਬੀ ਭਾਸ਼ਾ ਦੇ? 2 ਅਰਧ ਸਵਰ ਹੈਗੇ ਆ। ਪਹਿਲਾ ਹੈ ਜੀ ਯ, ਜਿਸਨੂੰ ਆਪਾਂ ਕਹਿੰਦੇ य ਤੇ ਵ। य ਔਰ ਵ ਇਹ 2 ਐਸੇ ਨੇ ਜਿਹੜੇ ਅਰਧ ਸਵਰ ਹੈ ਪੰਜਾਬੀ ਭਾਸ਼ਾ ਵਿੱਚ ਮੰਨੇ ਜਾਂਦੇ ਨੇ। ਊੜਾ, ਆੜਾ, ਈੜੀ ਇਹ 3 ਸਵਰ ਨੇ ਤੇ य ਵ ਜਿਹੜੇ ਆ ਉਹ ਅਰਧ ਸਵਰ ਨੇ। ਅਰਧ ਸਵਰ ਇਸ ਕਰਕੇ ਜੀ ਕਿਉਂਕਿ ਇਹਨਾਂ ਨੂੰ ਨਾ ਤਾਂ ਪੂਰੀ ਤਰ੍ਹਾਂ ਸਵਰਾਂ ਵਿੱਚ ਗਿਣਿਆ ਜਾਂਦਾ ਤੇ ਨਾ ਹੀ ਇਹਨਾਂ ਨੂੰ ਪੂਰੀ ਤਰ੍ਹਾਂ ਵਿਅੰਜਨਾਂ ਵਿੱਚ ਗਿਣਿਆ ਜਾਂਦਾ। ਕਿਉਂਕਿ ਜੋ ਸਵਰ ਦੀ ਡੈਫੀਨੇਸ਼ਨ ਹੈ ਨਾ ਪੂਰੀ ਤਰ੍ਹਾਂ ਉਸ 'ਚ ਫਿੱਟ ਬੈਠਦੇ ਆ ਤੇ ਨਾ ਹੀ ਇਹ ਵਿਅੰਜਨ ਦੀ ਡੈਫੀਨੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੇ ਆ। ਇਸ ਲਈ ਇਹਨਾਂ ਨੂੰ ਅਰਧ ਸਵਰ ਦੇ ਸਵਰ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਜੋ ਇਹਨਾਂ ਦਾ ਬੋਲਣ ਦਾ ਜੋ ਉਚਾਰਨ ਕਰਨ ਦਾ ਢੰਗ ਹੈ, ਤਰੀਕਾ ਹੈ, ਉਹ ਜ਼ਿਆਦਾ ਜਿਹੜਾ ਹੈ ਸਵਰਾਂ ਦੇ ਨੇੜੇ ਹੈ। ਇਸ ਕਰਕੇ ਇਹਨਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈ। ਤਾਂ ਪੰਜਾਬੀ ਵਿੱਚ ਖੰਡੀ ਧੁਨੀਆਂ ਨੇ ਜਿਹੜੀਆਂ ਉਹ 3 ਤਰ੍ਹਾਂ ਦੀਆਂ ਨੇ, ਸਵਰ, ਅਰਧ ਸਵਰ ਤੇ ਵਿਅੰਜਨ। ਸਵਰ 3 ਤਰ੍ਹਾਂ ਦੇ ਹੁੰਦੇ ਆ, ਊੜਾ, ਆੜਾ ਤੇ ਈੜੀ। ਅਰਧ ਸਵਰ 2 ਤਰ੍ਹਾਂ ਦੇ, य ਤੇ ਵ। ਅੱਗੇ ਆ ਗਏ ਜੀ ਵਿਅੰਜਨ। ਵਿਅੰਜਨ ਸਾਨੂੰ ਪਤਾ ਕਿੰਨੇ ਹੁੰਦੇ ਆ ਜੀ? ਕਿਉਂਕਿ ਆਪਣੀ ਜਿਹੜੀ ਪੂਰੀ ਜਿਹੜੀ ਵਰਨਮਾਲਾ ਹੈਗੀ ਹੈ ਜੀ, ਵਰਨਾਂ ਨੂੰ ਇੱਕ ਤਰਤੀਬ ਦੇ ਵਿੱਚ ਪਰੋ ਕੇ ਜਿਹੜੀ ਮਾਲਾ ਬਣਦੀ ਹੈ, ਵਰਨਮਾਲਾ, ਸਾਰੀ ਧੁਨੀਆਂ ਦੇ ਜਿਹੜੇ ਆਪਾਂ ਚਿੰਨ੍ਹ ਹੈਗੇ ਉਹਨਾਂ ਨੂੰ ਲਿਖਦੇ ਹਾਂ ਲਿਪੀਬੱਧ ਕਰਕੇ, ਤਾਂ ਉਹਨਾਂ ਚਿੰਨ੍ਹਾਂ ਦੀ ਜਿਹੜੀ ਮਾਲਾ ਬਣਦੀ ਹੈ ਅਸੀਂ ਉਹਨਾਂ ਨੂੰ ਵਰਨਮਾਲਾ ਕਹਿੰਦੇ ਹਾਂ। ਤਾਂ ਉਹਦਾ ਇੱਕ ਨਾਮ ਜਿਹੜਾ ਹੈਗਾ ਉਹ ਹੈਗਾ ਜੀ 35 ਅੱਖਰੀ। ਤਾਂ 35 ਅੱਖਰੀ ਵੀ ਉਸਨੂੰ ਕਿਹਾ ਜਾਂਦਾ। ਅਤੇ 35 ਅੱਖਰੀ ਵਿੱਚ ਜਿਹੜੇ ਵਿਅੰਜਨ ਹੈਗੇ ਆ ਜੀ ਉਹ ਹੈਗੇ ਆ ਜੀ 32। 35 ਅੱਖਰੀ ਵਿੱਚ ਵਿਅੰਜਨ ਕਿੰਨੇ ਆ? 32। ਕਿਉਂਕਿ 35 ਚੋਂ 3 ਜਿਹੜੇ ਆ ਸਵਰ ਜਿਹੜੇ ਆ ਜਾਂਦੇ ਆ। ਤਾਂ ਸਵਰ ਅਗਰ ਆਪਾਂ ਕੱਢ ਦਈਏ 3 ਤਾਂ 35 ਚੋਂ ਪਿੱਛੇ 32 ਜਿਹੜੇ ਆ ਉਹ ਵਿਅੰਜਨ ਬਚਦੇ ਆ। ਕਿੱਥੇ ਤੋਂ ਲੈ ਕੇ ਜੀ? ਸੱਸੇ ਤੋਂ ਲੈ ਕੇ ਰਾੜੇ ਤੱਕ। ਤਾਂ ਸ ਤੋਂ ੜ ਤੱਕ ਜਿਹੜੇ ਹੈਗੇ 32 ਵਿਅੰਜਨ ਹੈ। ਪਰ ਸਾਨੂੰ ਪਤਾ ਹੈ ਕਿ ਆਧੁਨਿਕ ਵਰਨਮਾਲਾ ਜਿਹੜੀ ਹੈਗੀ, ਕਿਉਂਕਿ ਉਸ 'ਚ ਇੱਕ 6 ਜਿਹੜੇ ਐਸੇ ਵਰਨ ਹੈਗੇ ਉਹ ਨਵੇਂ ਉਹਦੇ ਵਿੱਚ ਐਡ ਕਰ ਦਿੱਤੇ ਗਏ ਆ, ਜਿਸ ਕਰਕੇ ਉਹਦੀ ਜਿਹੜੀ ਗਿਣਤੀ ਹੈ ਵੱਧ ਗਈ ਹੈ। ਤਾਂ ਹੁਣ ਜਿਹੜੇ ਹੈਗੇ ਆ ਜਿੱਥੇ ਵਰਡ ਆ ਜਾਵੇ ਆਧੁਨਿਕ ਵਰਨਮਾਲਾ, ਤਾਂ ਉੱਥੇ ਜਿਹੜੇ ਵਿਅੰਜਨ ਹੈਗੇ ਆ ਜੀ ਉਹ ਹੈਗੇ ਆ 38। ਅਤੇ ਇਹ ਹੈਗੇ ਜੀ ਸ ਤੋਂ ਲੈ ਕੇ ਲ ਤੱਕ, ਲ ਪੈਰ ਬਿੰਦੀ ਤੱਕ। ਅਤੇ ਇਹ ਹੋ ਗਈ ਜੀ 38। ਕਿਹੜੇ ਆ ਜੀ ਇਹ ਆਧੁਨਿਕ ਵਰਨਮਾਲਾ ਦੇ ਹਨ। ਆਧੁਨਿਕ ਵਰਨਮਾਲਾ। ਤਾਂ ਆਧੁਨਿਕ ਵਰਨਮਾਲਾ ਦੇ ਵਿੱਚ 38 ਵਿਅੰਜਨ ਹਨ। ਅਤੇ ਇਹ ਹੋ ਗਈ ਜੀ ਖੰਡੀ ਧੁਨੀਆਂ ਦਾ ਵਰਗੀਕਰਨ। ਸਵਰ ਜਿਹੜੇ ਹੈਗੇ 3 ਤਰ੍ਹਾਂ ਦੇ 3 ਹੁੰਦੇ ਨੇ ਜੀ, ਊੜਾ, ਆੜਾ ਤੇ ਈੜੀ। ਅਰਧ ਸਵਰ 2, य ਤੇ ਵ। ਅਤੇ ਵਿਅੰਜਨ ਜਿਹੜੇ 35 ਅੱਖਰੀ ਵਿੱਚ 32 ਹਨ, ਸ ਤੋਂ ਲੈ ਕੇ ੜ ਤੱਕ। ਅਤੇ ਆਧੁਨਿਕ ਵਰਨਮਾਲਾ ਵਿੱਚ ਵਿਅੰਜਨ 38 ਹਨ, ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ। ਅੱਗੇ ਅਸੀਂ ਖੰਡੀ ਧੁਨੀਆਂ ਦਾ ਹੋਰ ਜਿਹੜਾ ਵਰਗੀਕਰਨ ਕਰਦੇ ਹਾਂ, ਤਾਂ ਵਿਅੰਜਨਾਂ ਨੂੰ ਅਸੀਂ ਅੱਗੇ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ। ਵਿਅੰਜਨਾਂ ਦਾ ਵਰਗੀਕਰਨ ਕਰਨ ਤੋਂ ਪਹਿਲਾਂ ਅਸੀਂ ਇਸ ਦੀ ਜਿਹੜੀ ਦੂਸਰੀ ਟਾਈਪ ਹੈਗੀ ਧੁਨੀਆਂ ਦੀ, ਅਖੰਡੀ ਧੁਨੀਆਂ, ਉਸਦੀ ਜਿਹੜੀ ਉਸ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ।
हाँ जी, ਹੁਣ ਆਪਾਂ ਪੜਾਂਗੇ ਅਖੰਡੀ ਧੁਨੀਆਂ ਬਾਰੇ। ਅਖੰਡੀ ਧੁਨੀਆਂ ਜਿਹੜੀਆਂ ਨੇ, ਦੇਖੋ ਪਹਿਲਾਂ ਤਾਂ ਵਰਡ ਤੋਂ ਹੀ ਪਤਾ ਚੱਲ ਰਿਹਾ ਇਹ ਸੀ ਖੰਡੀਆਂ, ਯਾਨੀ ਖੰਡੀ ਧੁਨੀਆਂ ਮਤਲਬ ਜਿਨ੍ਹਾਂ ਦਾ ਖੰਡ ਹੋ ਸਕੇ, ਜਿਨ੍ਹਾਂ ਨੂੰ ਕਈ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾ ਸਕੇ। ਤੇ ਇਹਨਾਂ ਧੁਨੀਆਂ ਨੂੰ ਅਸੀਂ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ, ਸਵਰ, ਅਰਧ ਸਵਰ ਤੇ ਵਿਅੰਜਨ। ਹੁਣ ਇਸ ਦਾ ਨਾਮ ਹੈ ਜੀ ਅਖੰਡੀ ਧੁਨੀਆਂ। ਤਾਂ ਉਹ ਧੁਨੀਆਂ ਉਹ ਇਸ ਤਰ੍ਹਾਂ ਦੀਆਂ ਸਾਊਂਡਸ ਜਿਨ੍ਹਾਂ ਦੇ ਖੰਡ ਨਹੀਂ ਕੀਤੇ ਜਾ ਸਕਦੇ, ਯਾਨੀ ਕਿ ਜਿਨ੍ਹਾਂ ਦੇ ਭਾਗ ਨਹੀਂ ਕੀਤੇ ਜਾ ਸਕਦੇ, ਜਿਨ੍ਹਾਂ ਨੂੰ ਇਹਨਾਂ ਸਵਰਾਂ ਵਿਅੰਜਨਾਂ ਦੀ ਤਰ੍ਹਾਂ ਵੱਖ-ਵੱਖ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਵੱਖ-ਵੱਖ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਇਸ ਕਰਕੇ ਇਹਨਾਂ ਨੂੰ ਅਖੰਡੀ ਧੁਨੀਆਂ ਕਹਿੰਦੇ ਹਨ। ਤੇ ਇਹਦੀ ਅੱਗੇ 3 ਟਾਈਪਸ ਹੈਗੀਆਂ ਜੀ। ਨਾਸਿਕਤਾ ਪਹਿਲੀ ਟਾਈਪ ਹੈ, ਦੂਸਰਾ ਬਲ ਤੇ ਤੀਸਰਾ ਸੁਰ। ਯਾਨੀ ਕਿ ਕਿਸੇ ਭਾਸ਼ਾ ਨੂੰ ਜਾਂ ਕਿਸੇ ਬੋਲੀ ਨੂੰ ਉਚਾਰਨ ਦੇ ਵਿੱਚ ਜਿੱਥੇ ਸਵਰ, ਵਿਅੰਜਨ ਤੇ ਅਰਧ ਸਵਰ ਯੂਜ਼ ਦੇ ਵਿੱਚ ਆਉਂਦੇ ਨੇ, ਉੱਥੇ ਹੀ ਅਖੰਡੀ ਧੁਨੀਆਂ ਵੀ ਨਾਲ ਹੀ ਲੱਗਦੀਆਂ ਨੇ। ਤੇ ਇਹ ਜਿਹੜੀ ਅਖੰਡੀ ਧੁਨੀਆਂ ਦੀ ਟਾਈਪਸ ਆਪਾਂ ਕੀਤੀ, ਨਾਸਿਕਤਾ, ਬਲ ਤੇ ਸੁਰ, ਇਹ ਵੀ ਕਿਸੇ ਭਾਸ਼ਾ ਨੂੰ ਉਚਾਰਨ ਲਈ ਬਹੁਤ ਜ਼ਰੂਰੀ ਨੇ, ਇਹਨਾਂ ਦਾ ਵੀ ਜ਼ਰੂਰਤ ਪੈਂਦਾ। ਪਰ ਇਹਨਾਂ ਨੂੰ ਆਪਾਂ ਬਸ ਅਖੰਡ ਨਹੀਂ ਕਰ ਸਕਦੇ, ਯਾਨੀ ਕਿ ਇਹਨਾਂ ਨੂੰ ਕਈ ਭਾਗਾਂ ਦੇ ਵਿੱਚ ਅੱਗੇ ਡਿਵਾਈਡ ਨਹੀਂ ਕੀਤਾ ਜਾ ਸਕਦਾ। ਤਾਂ ਨਾਸਿਕਤਾ ਕੀ ਹੁੰਦੀ ਹੈ ਜੀ? ਜਦ ਵੀ ਆਪਾਂ ਕੋਈ ਭਾਸ਼ਾ ਬੋਲਦੇ ਹਾਂ ਉਹਦੇ ਵਿੱਚ 2 ਤਰ੍ਹਾਂ ਦੇ ਜਿਹੜੇ ਸਾਊਂਡ ਆਉਂਦੇ ਨੇ। ਕਿਸ ਦੇ? ਪਹਿਲਾ ਹੈਗਾ ਜੀ ਬਿੰਦੀ ਦਾ ਸਾਊਂਡ। ਬਿੰਦੀ ਦੀ ਧੁਨੀ ਜਿਹੜੀ ਹੈਗੀ ਹੈ, ਧੁਨੀ ਦਾ ਉਚਾਰਨ ਜਦ ਆਪਾਂ ਕਰਦੇ ਹਾਂ ਤਾਂ ਉਹ ਜਿਹੜੀ ਹੈ ਅਖੰਡੀ ਧੁਨੀ ਹੈਗੀ ਹੈ। ਤੇ ਇਸ ਤੋਂ ਇਲਾਵਾ ਟਿੱਪੀ ਦਾ ਜਿਹੜਾ ਸਾਊਂਡ ਹੈ, ਤੁਸੀਂ ਦੇਖੋ ਇਹਨਾਂ ਦੋਨਾਂ ਦੇ ਜਿਹੜੇ ਧੁਨੀ ਹੈ, ਇਹਨਾਂ ਦੋਨਾਂ ਦਾ ਜਿਹੜਾ ਉਚਾਰਨ ਹੈ ਉਹ ਨੱਕ ਤੋਂ ਕੀਤਾ ਜਾਂਦਾ ਹੈ, ਬਿੰਦੀ ਦਾ ਵੀ ਤੇ ਟਿੱਪੀ ਦਾ ਵੀ। ਤਾਂ ਇਹਨਾਂ ਦੋਨਾਂ ਧੁਨੀਆਂ ਦਾ ਉਚਾਰਨ ਨੱਕ ਤੋਂ ਹੁੰਦਾ ਹੈ, ਇਸੇ ਕਰਕੇ ਇਹਨਾਂ ਧੁਨੀਆਂ ਨੂੰ ਨਾਸਿਕਤਾ ਧੁਨੀ ਜਿਹੜਾ ਉਹ ਕਿਹਾ ਜਾਂਦਾ ਹੈ। ਤਾਂ ਅਖੰਡੀ ਧੁਨੀਆਂ ਦੇ ਵਿੱਚ 2 ਧੁਨੀਆਂ ਆਪਾਂ ਅੱਗੇ ਕੀਤੀਆਂ, ਬਿੰਦੀ ਤੇ ਟਿੱਪੀ। ਬਿੰਦੀ ਤੇ ਟਿੱਪੀ ਦੋਨੋਂ ਹੀ ਨੱਕ ਤੋਂ ਜਿਹੜੀ ਹੈਗੇ ਆ ਇਹਨਾਂ ਦਾ ਪ੍ਰੋਨਾਊਂਸ ਕੀਤਾ ਜਾਂਦਾ, ਇਸ ਕਰਕੇ ਇਹਨਾਂ ਨੂੰ ਨਾਸਿਕਤਾ ਧੁਨੀ ਜਿਹੜਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਦੂਸਰਾ ਆ ਗਿਆ ਜੀ ਬਲ, ਯਾਨੀ ਕਿ ਕਿਸੇ ਭਾਸ਼ਾ ਨੂੰ ਜਾਂ ਕਿਸੇ ਸ਼ਬਦ ਨੂੰ ਉਚਾਰਨ ਲੱਗਿਆਂ ਜਦ ਅਸੀਂ ਬਲ ਦਿੰਦੇ ਹਾਂ, ਯਾਨੀ ਕਿ ਜ਼ੋਰ ਦਿੰਦੇ ਹਾਂ, ਸਾਹ 'ਤੇ ਜ਼ੋਰ ਦੇ ਕੇ ਉਸਨੂੰ ਬੋਲਦੇ ਹਾਂ, ਤਦ ਉਸਨੂੰ ਅਸੀਂ ਕਹਿੰਦੇ ਹਾਂ ਬਲ ਧੁਨੀ, ਯਾਨੀ ਕਿ ਬਲ ਦਾ ਪ੍ਰਯੋਗ ਕਰਕੇ ਉਹ ਧੁਨੀ ਦਾ ਉਚਾਰਨ ਕੀਤਾ ਜਾਂਦਾ ਹੈ। ਅਤੇ ਇਸ ਨੂੰ ਚਿੰਨ੍ਹਿਤ ਕਰਨ ਲਈ ਅਸੀਂ ਕਿਸ ਚੀਜ਼ ਦਾ ਉਪਯੋਗ ਕਰਦੇ ਹਾਂ? ਅੱਧਕ ਦਾ। ਤਾਂ ਅੱਧਕ ਦਾ ਉਪਯੋਗ ਅਸੀਂ ਕਿਸ ਚੀਜ਼ ਨੂੰ ਦਿਖਾਉਣ ਲਈ ਕਰਦੇ ਹਾਂ? ਕਿ ਉਸ ਸ਼ਬਦ 'ਤੇ ਅਸੀਂ ਬਲ ਦੇ ਕੇ ਬੋਲਦੇ ਹਾਂ। ਜਿਸ ਸ਼ਬਦ ਦੇ ਉੱਤੇ ਅਸੀਂ ਬਲ ਦੇ ਕੇ ਉਹਨੂੰ ਜ਼ੋਰ ਨਾਲ ਬੋਲਣਾ ਹੁੰਦਾ ਹੈ, ਉਸ ਦੇ ਉੱਤੇ ਅਸੀਂ ਅੱਧਕ ਲਗਾ ਦਿੰਦੇ ਹਾਂ। ਇਸ ਤੋਂ ਇਲਾਵਾ ਸੁਰ। ਸੁਰ ਕੀ ਹੁੰਦੇ ਨੇ ਜੀ? ਸੁਰ ਅੱਗੇ ਕਈ ਜਿਹੜੇ ਹੈਗੇ ਟਾਈਪਸ ਦੇ ਵਿੱਚ ਵੰਡੇ ਹੋਏ ਨੇ। 3 ਟਾਈਪਸ ਦੇ ਵਿੱਚ ਅੱਗੇ ਸੁਰ ਵੰਡੇ ਹੋਏ ਨੇ। ਪਹਿਲਾ ਹੈਗਾ ਜੀ ਉੱਚਾ ਸੁਰ, ਉੱਚਾ ਸੁਰ। ਦੂਸਰਾ ਹੈ ਜੀ ਮੱਧਮ ਸੁਰ। ਤੇ ਤੀਸਰਾ ਹੈ ਜੀ ਨੀਵਾਂ ਸੁਰ। ਨਾਮ ਤੋਂ ਪਤਾ ਚੱਲ ਰਿਹਾ ਉੱਚਾ ਸੁਰ, ਯਾਨੀ ਕਿ ਜਿਸ ਦੇ ਵਿੱਚ ਬੋਲਣ ਲੱਗਿਆ ਜਿਹੜਾ ਸੁਰ, ਜਿਹੜਾ ਸਾਊਂਡ ਹੈ ਉਹ ਉੱਚਾ ਨਿਕਲੇ, ਲਾਊਡ ਨਿਕਲੇ, ਤਾਂ ਉਸਨੂੰ ਅਸੀਂ ਉੱਚਾ ਸੁਰ ਕਹਿੰਦੇ ਹਾਂ। ਨੀਵਾਂ ਸੁਰ, ਜਿਸ ਦੇ ਵਿੱਚ ਸੁਰ ਜਿਹੜਾ ਹੈ, ਵੋਇਸ ਜਿਹੜੀ ਹੈਗੀ ਹੈ ਜੀ ਉਹ ਨੀਵੀਂ ਹੋਵੇ, ਮੱਧਮ ਦੇ ਵਿੱਚ ਹੋਵੇ, ਜਿਹੜੀ ਮਿਡ ਦੇ ਵਿੱਚ ਹੋਵੇ, ਨਾ ਜ਼ਿਆਦਾ ਉੱਚੀ ਅਤੇ ਨਾ ਜ਼ਿਆਦਾ ਨੀਵੀਂ, ਤਾਂ ਉਸਨੂੰ ਅਸੀਂ ਉੱਚਾ, ਮੱਧਮ ਅਤੇ ਨੀਵਾਂ ਸੁਰ ਕਹਿੰਦੇ ਹਾਂ। ਇਹਨਾਂ ਤਿੰਨਾਂ ਦੀ ਮਦਦ ਦੇ ਨਾਲ ਇੱਕ ਭਾਸ਼ਾ, ਇੱਕ ਬੋਲੀ ਜਾਂ ਇੱਕ ਸ਼ਬਦ ਜਿਹੜਾ ਹੈ ਉਹ ਉਚਾਰਿਆ ਜਾਂਦਾ ਹੈ। ਤਾਂ ਉਸ ਸ਼ਬਦ ਨੂੰ ਜਾਂ ਧੁਨੀ ਨੂੰ ਉਚਾਰਨ ਲਈ ਸਾਨੂੰ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਦੋਹਾਂ ਦੀ ਹੀ ਲੋੜ ਪੈਂਦੀ ਹੈ। ਖੰਡੀ ਧੁਨੀਆਂ ਉਹ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਅੱਗੇ ਡਿਵਾਈਡ ਕਰ ਸਕਦੇ ਹਾਂ ਸਵਰ, ਅਰਧ ਸਵਰ ਅਤੇ ਵਿਅੰਜਨਾਂ ਦੇ ਵਿੱਚ। ਅਤੇ ਅਖੰਡੀ ਧੁਨੀਆਂ ਉਹ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਅੱਗੇ ਡਿਵਾਈਡ ਨਹੀਂ ਕਰ ਸਕਦੇ, ਜਿਹਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ ਨਾਸਿਕਤਾ, ਬਿੰਦੀ ਤੇ ਟਿੱਪੀ, ਬਲ ਅੱਧਕ ਨਾਲ ਜਿਹੜਾ ਦਿਖਾਇਆ ਜਾਂਦਾ ਹੈ, ਅਤੇ ਸੁਰ ਜਿਹੜੇ ਲਗਾਏ ਜਾਂਦੇ ਨੇ ਉਹ 3 ਤਰ੍ਹਾਂ ਦੇ ਹੁੰਦੇ ਆ ਜੀ, ਉੱਚਾ, ਮੱਧਮ ਅਤੇ ਨੀਵਾਂ ਸੁਰ। ਪੰਜਾਬੀ ਵਿੱਚ ਸਵਰ ਜਿਹੜੇ ਆ 3 ਤਰ੍ਹਾਂ ਦੇ ਆ ਜੀ, ਊੜਾ, ਆੜਾ ਅਤੇ ਈੜੀ। ਅਰਧ ਸਵਰ 2 ਤਰ੍ਹਾਂ ਦੇ ਆ, ਯ ਅਤੇ ਵ। ਅਤੇ ਵਿਅੰਜਨ ਜਿਹੜੇ ਆ ਉਹ 3 ਤਰ੍ਹਾਂ, ਵਿਅੰਜਨ ਜਿਹੜੇ ਹੈਗੇ ਆ ਜੀ 35 ਅੱਖਰੀ ਵਿੱਚ 32 ਜਿਹੜੇ ਹੈਗੇ ਆ ਵਿਅੰਜਨ ਹੈਗੇ, ਸੱਸੇ ਤੋਂ ਲੈ ਕੇ ਰਾੜੇ ਤੱਕ। ਅਤੇ ਆਧੁਨਿਕ ਵਰਨਮਾਲਾ ਦੇ ਵਿੱਚ 38 ਵਿਅੰਜਨ ਨੇ, ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ। ਇਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ ਜੀ ਵਿਅੰਜਨਾਂ ਦਾ ਧੁਨੀਆਂ ਦਾ ਵਰਗੀਕਰਨ, ਯਾਨੀ ਕਿ ਜਿਹੜੀ ਵਿਅੰਜਨ ਹੈਗੇ ਆ ਜੀ ਇਹਨੂੰ ਵੀ ਅੱਗੇ ਜਿਹੜਾ ਵੰਡਿਆ ਜਾਂਦਾ। ਇਸ ਦੇ ਛੋਟਾ ਜਿਹਾ ਜਿਹੜਾ ਵਰਗੀਕਰਨ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ, ਅੱਗੇ ਡਿਟੇਲ ਦੇ ਵਿੱਚ ਆਪਾਂ ਇਸ ਨੂੰ ਜਿਹੜਾ ਵਰਗੀਕਰਨ ਨੂੰ ਇੱਕ ਇੱਕ ਕਰਕੇ ਪੜ੍ਹਾਂਗੇ। ਤਾਂ ਹੁਣ ਆਪਾਂ ਵਿਅੰਜਨਾਂ ਦਾ ਵਰਗੀਕਰਨ ਪੜ੍ਹਨ ਲੱਗੇ ਹਾਂ। ਵਿਅੰਜਨ ਦਾ ਵਰਗੀਕਰਨ 2 ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜੀ, ਉਚਾਰਨ ਸਥਾਨ ਅਤੇ ਉਚਾਰਨ ਢੰਗ ਦੇ ਅਕੋਰਡਿੰਗ। ਉਚਾਰਨ ਸਥਾਨ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰ ਲਈਏ ਤਾਂ ਉਚਾਰਨ ਸਥਾਨ ਮਤਲਬ ਆਪਾਂ ਕੋਈ ਵੀ ਅਗਰ ਸ਼ਬਦ ਉਚਾਰਦੇ ਹਾਂ ਤਾਂ ਉਹ ਮੂੰਹ ਦੇ ਵਿੱਚੋਂ ਜਾਂ ਆਪਣੇ ਪੂਰੇ ਸਰੀਰ ਦੇ ਵਿੱਚੋਂ ਉਹਨਾਂ ਦਾ ਉਚਾਰਨ ਸਥਾਨ ਕਿਹੜਾ ਹੁੰਦਾ, ਤਾਂ ਉਸ ਬੇਸਿਸ 'ਤੇ ਵਿਅੰਜਨਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜੀ ਕੰਠੀ, ਯਾਨੀ ਕਿ ਐਸੇ ਸ਼ਬਦ, ਐਸੀ ਧੁਨੀਆਂ ਜਿਹੜਾ ਅਸੀਂ ਕੰਠ ਦੇ ਵਿੱਚੋਂ ਯਾਨੀ ਕਿ ਗਲੇ ਦੇ ਵਿੱਚੋਂ ਉਚਾਰਦੇ ਹਾਂ, ਉਸਨੂੰ ਅਸੀਂ ਕੰਠੀ ਧੁਨੀਆਂ ਕਹਿੰਦੇ ਹਾਂ। ਉਸ ਤੋਂ ਬਾਅਦ ਤਾਲਵੀ। ਤਾਲਵੀ ਉਹ ਜਿਹੜੀ ਤਾਲੂਏ ਦੇ ਨਾਲ, ਜਦੋਂ ਸਾਡੀ ਜੀਭ ਤਾਲੂਏ ਦੇ ਨਾਲ ਲੱਗ ਕੇ ਕੋਈ ਉਚਾਰਨ ਕਰਦੀ ਹੈ, ਕੋਈ ਧੁਨੀ ਉਚਾਰੀ ਜਾਂਦੀ ਹੈ, ਉਸਨੂੰ ਅਸੀਂ ਤਾਲਵੀ ਧੁਨੀਆਂ ਕਹਿੰਦੇ ਹਾਂ। ਉਸ ਤੋਂ ਬਾਅਦ ਦੰਤੀ। ਦੰਤੀ ਸ਼ਬਦ ਦੰਦ ਲਈ ਵਰਤਿਆ ਜਾਂਦਾ ਹੈ ਜੀ, ਜਿਹੜੀਆਂ ਧੁਨੀਆਂ ਅਸੀਂ ਦੰਦ ਨਾਲ ਯਾਨੀ ਕਿ ਜਦੋਂ ਜੀਭ ਅਤੇ ਦੰਦ ਆਪਸ ਦੇ ਵਿੱਚ ਮਿਲ ਕੇ ਧੁਨੀਆਂ ਉਚਾਰਦੇ ਹਨ ਤਦ ਉਸਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਉਲਟ ਜੀਵੀ, ਜਦੋਂ ਕਿਸੇ ਧੁਨੀ ਨੂੰ ਉਚਾਰਨ ਲੱਗਿਆਂ ਸਾਡੀ ਜੀਭ ਜਿਹੜੀ ਆ ਮੂੰਹ ਦੇ ਵਿੱਚ ਮੁੜ ਕੇ ਜਿਹੜੀ ਹੈ ਪਿੱਛੇ ਵੱਲ ਨੂੰ, ਉਲਟ ਜੀਵੀ ਜਿਹੜੇ ਮੁੜ ਕੇ ਗੋਲ ਹੋ ਕੇ ਪਿੱਛੇ ਵੱਲ ਨੂੰ ਹੋ ਜਾਂਦੀ ਹੈ, ਉਸਨੂੰ ਅਸੀਂ ਉਲਟ ਜੀਵੀ ਧੁਨੀਆਂ ਕਹਿੰਦੇ
ਕਹਿੰਦੇ ਹਾਂ। ਇਸ ਤੋਂ ਇਲਾਵਾ ਇਸ ਨੂੰ ਮੂਰ ਧੁਨੀ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੋਂਠੀ ਯਾਨੀ ਕਿ ਜਿਹੜੇ ਹੋਂਠ ਤੋਂ ਯਾਨੀ ਕਿ ਬੁੱਲਾਂ ਤੋਂ ਜਿਹੜੀ ਹੈਗੀ ਧੁਨੀਆਂ ਉਚਾਰੀਆਂ ਜਾਂਦੀਆਂ ਨੇ, ਜਿਵੇਂ ਪ, ਫ, ਬ, ਤਾਂ ਇਸ ਤਰ੍ਹਾਂ ਦੀ ਧੁਨੀਆਂ ਜਿਹੜੀਆਂ ਹੋ ਗਈਆਂ ਉਹ ਹੋਂਠੀ ਧੁਨੀਆਂ ਹੋ ਗਈਆਂ। ਤਾਂ ਇਸ ਤਰ੍ਹਾਂ ਵਿਅੰਜਨਾਂ ਦਾ ਵਰਗੀਕਰਨ ਉਚਾਰਨ ਸਥਾਨ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਜੀ। ਉਚਾਰਨ ਸਥਾਨ ਦੇ ਆਧਾਰ 'ਤੇ ਕਿ ਕਿਹੜੇ ਸਥਾਨ ਤੋਂ ਕਿਹੜੀ ਧੁਨੀ ਉਚਾਰੀ ਜਾਂਦੀ ਹੈ, ਉਸ ਬੇਸਿਸ 'ਤੇ ਧੁਨੀਆਂ ਦਾ ਵਰਗੀਕਰਨ ਹੁੰਦਾ ਹੈ। ਇਸ ਤੋਂ ਇਲਾਵਾ ਜੀ ਉਚਾਰਨ ਢੰਗ ਆ ਗਿਆ ਜੀ। ਉਚਾਰਨ ਢੰਗ ਦੇ ਆਧਾਰ 'ਤੇ ਅਸੀਂ ਧੁਨੀਆਂ ਦਾ ਵਰਗੀਕਰਨ ਯਾਨੀ ਕਿ ਵਿਅੰਜਨਾਂ ਦਾ ਵਰਗੀਕਰਨ ਕਰਦੇ ਹਾਂ। ਉਚਾਰਨ ਢੰਗ ਯਾਨੀ ਕਿ ਉਸਨੂੰ ਅਸੀਂ ਕਿਸ ਤਰ੍ਹਾਂ ਉਚਾਰਦੇ ਹਾਂ, ਉਹਨਾਂ ਢੰਗ ਕੀ ਹੈ, ਉਚਾਰਨ ਦਾ ਤਰੀਕਾ ਕੀ, ਉਸ ਬੇਸਿਸ 'ਤੇ ਦੋ ਟਾਈਪਸ ਹੈਗੇ ਨੇ ਜੀ, ਢਕਵੇਂ ਵਿਅੰਜਨ ਅਤੇ ਅਢਕਵੇਂ ਵਿਅੰਜਨ। ਢਕਵੇਂ ਵਿਅੰਜਨ ਕਿਹੜੇ ਹੁੰਦੇ, ਜਿਵੇਂ ਵਰਡ ਤੋਂ ਪਤਾ ਚੱਲ ਰਿਹਾ ਢਕਵੇਂ ਯਾਨੀ ਕਿ ਕਿਸੇ ਚੀਜ਼ ਨੂੰ ਕਿਸੇ 'ਚ ਢੱਕਿਆ ਹੋਵੇ। ਢਕਵੇਂ ਵਿਅੰਜਨ ਦਾ ਅਰਥ ਹੈਗਾ ਜੀ ਐਸੀ ਧੁਨੀਆਂ ਜਿਨ੍ਹਾਂ ਨੂੰ ਉਚਾਰਦੇ ਸਮੇਂ ਮੂੰਹ ਦੇ ਵਿੱਚੋਂ ਹਵਾ ਰੁਕ ਕੇ ਅਤੇ ਫਿਰ ਧੱਕੇ ਨਾਲ ਨਿਕਲਦੀ ਹੈ, ਇਸ ਲਈ ਉਹਨਾਂ ਨੂੰ ਢਕਵੇਂ ਵਿਅੰਜਨ ਕਿਹਾ ਜਾਂਦਾ ਹੈ। ਹਾਂਜੀ, ਦੂਸਰੀ ਟਾਈਪ ਹੈਗੀ ਹੈ ਜੀ ਅਢਕਵੇਂ ਵਿਅੰਜਨ। ਤਾਂ ਨਾਮ ਤੋਂ ਪਤਾ ਚੱਲ ਰਿਹਾ ਅਢਕਵੇਂ ਵਿਅੰਜਨ, ਦੈਟ ਮੀਨਸ ਜਿੱਥੇ ਹਵਾ ਬਿਨਾਂ ਰੁਕੇ ਮੂੰਹ ਦੇ ਵਿੱਚੋਂ ਨਿਕਲਦੀ ਹੈ ਉਸਨੂੰ ਅਸੀਂ ਅਢਕਵੇਂ ਵਿਅੰਜਨ ਕਹਿੰਦੇ ਹਾਂ। ਅਤੇ ਢਕਵੇਂ ਵਿਅੰਜਨ ਜਿਹੜੇ ਹੁੰਦੇ ਆ ਜਿੱਦਾਂ ਮੂੰਹ ਦੇ ਵਿੱਚੋਂ ਹਵਾ ਰੁਕ ਕੇ ਅਤੇ ਫਿਰ ਧੱਕੇ ਨਾਲ ਨਿਕਲਦੀ ਹੈ, ਲੇਕਿਨ ਅਢਕਵੇਂ ਵਿਅੰਜਨ ਦੇ ਵਿੱਚ ਧੱਕੇ ਨਾਲ ਹਵਾ ਜਿਹੜੀ ਮੂੰਹ 'ਚੋਂ ਨਹੀਂ ਨਿਕਲਦੀ। ਜਿਹੜੇ ਢਕਵੇਂ ਵਿਅੰਜਨ ਹੈਗੇ ਆ ਜੀ, ਢਕਵੇਂ ਵਿਅੰਜਨਾਂ ਨੂੰ ਅਸੀਂ ਅੱਗੇ ਹੋਰ 4 ਟਾਈਪਸ ਦੇ ਵਿੱਚ ਅੱਗੇ ਵੰਡ ਸਕਦੇ ਹਾਂ। ਕਿਹੜੇ ਆ ਜੀ, ਸਗੋਸ਼, ਅਘੋਸ਼, ਮਹਾਪ੍ਰਾਣ ਅਤੇ ਅਲਪਪ੍ਰਾਣ। ਇਹਨਾਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਜੀ। ਫਿਲਹਾਲ ਆਪਾਂ ਵਰਗੀਕਰਨ ਕੀਤੇ ਅਤੇ ਇੱਕ ਇੱਕ ਕਰਕੇ ਜਿਹੜਾ ਸਭ ਕੁਛ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਧੁਨੀਆਂ ਦੇ ਵਰਗੀਕਰਨ ਦਾ ਜਿਹੜਾ ਆਪਾਂ ਉੱਪਰ ਚਾਰਟ ਬਣਾਇਆ ਸੀ ਉਸ ਤੋਂ ਸਟਾਰਟ ਕਰਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਵਰ, ਅਰਧ ਸਵਰ ਅਤੇ ਵਿਅੰਜਨ ਕਿਹੜੇ ਕਿਹੜੇ ਹੈਗੇ ਆ ਜੀ ਉਹਨਾਂ ਬਾਰੇ ਦੇਖਾਂਗੇ। ਅਤੇ ਆਪਾਂ ਨੂੰ ਪਤਾ ਹੈ ਇਹਨਾਂ ਧੁਨੀਆਂ ਨੂੰ ਦੇਖਣ ਲਈ ਸਾਨੂੰ ਆਪਣੀ ਵਰਨਮਾਲਾ ਜਿਹੜੀ ਆ ਉਹ ਦੇਖਣੀ ਪਏਗੀ, ਯਾਨੀ ਕਿ 35 ਅੱਖਰੀ ਵਰਨਮਾਲਾ। ਇੱਕ ਵਾਰ ਆਪਾਂ 35 ਅੱਖਰੀ ਵਰਨਮਾਲਾ ਜਿਹੜੀ ਆ ਉਹ ਦੇਖਾਂਗੇ ਅਤੇ ਉਹਨਾਂ ਨੂੰ ਵਰਨਮਾਲਾ ਨੂੰ ਜਿਹੜਾ ਆਪਾਂ ਚਾਰਟ ਬਣਾਵਾਂਗੇ ਵਰਨਮਾਲਾ ਦਾ, ਉੱਥੋਂ ਹੀ ਮੈਂ ਤੁਹਾਨੂੰ ਦੱਸ ਦੇਵਾਂਗੀ, ਉੱਥੋਂ ਹੀ ਆਪਾਂ ਨਾਲ ਹੀ ਚਾਰਟ ਇਸ ਤਰ੍ਹਾਂ ਦਾ ਬਣਾਵਾਂਗੇ ਕਿ ਨਾਲ ਹੀ ਉਸਦਾ ਚਾਰਟ ਦੇ ਵਿੱਚ ਅਸੀਂ ਉਚਾਰਨ ਸਥਾਨ ਵੀ ਜਿਹੜਾ ਹੈਗਾ ਉਹ ਵੀ ਨਾਲ ਹੀ ਲਿਖ ਲਾਂਗੇ। ਜਿਹੜਾ ਉਚਾਰਨ ਸਥਾਨ ਹੈਗਾ ਕਿ ਕਿਹੜੀ ਧੁਨੀ ਦਾ ਕਿਹੜੀ ਵਰਨਮਾਲਾ 'ਚ ਕਿਹੜੇ ਵਰਨ ਦਾ ਉਚਾਰਨ ਸਥਾਨ ਕਿਹੜਾ ਹੈਗਾ ਉਹ ਵੀ ਆਪਾਂ ਨਾਲ ਹੀ ਚਾਰਟ ਬਣਾ ਲਾਂਗੇ, ਤਾਂ ਕਿ ਸਾਰੀ ਚੀਜ਼ਾਂ ਇੱਕੋ ਹੀ ਚਾਰਟ ਦੇ ਵਿੱਚ ਕਵਰ ਹੋ ਜਾਣ ਅਤੇ ਸਾਨੂੰ ਫਿਰ ਯਾਦ ਰਹਿਣ ਐਗਜ਼ਾਮ ਦੇ ਟਾਈਮ ਸਾਡਾ ਉਹ ਚਾਰਟ ਜਿਹੜਾ ਸਾਡੇ ਲਈ ਹੈਲਪਫੁਲ ਹੋਵੇ। ਤਾਂ ਆਪਾਂ ਹੁਣ ਆਉਣ ਵਾਲੇ ਚਾਰਟ ਦੇ ਵਿੱਚ 35 ਅੱਖਰੀ ਸਾਡੀ ਵਰਨਮਾਲਾ ਨੂੰ ਦੇਖਾਂਗੇ ਅਤੇ ਨਾਲ ਹੀ ਉੱਥੇ ਉਚਾਰਨ ਸਥਾਨ ਦੇ ਅਕੋਰਡਿੰਗ ਜਿਹੜਾ ਹੈ ਉਹਨਾਂ ਨੂੰ ਸਮਝਾਂਗੇ। ਉਸ ਤੋਂ ਬਾਅਦ ਜਿਹੜੀ ਗੱਲ ਰਹੀ ਉਚਾਰਨ ਢੰਗ ਦੇ ਬੇਸ 'ਤੇ ਜਿਹੜਾ ਢਕਵੇਂ ਅਤੇ ਸਗੋਸ਼, ਅਘੋਸ਼, ਮਹਾਪ੍ਰਾਣ, ਅਲਪਪ੍ਰਾਣ ਦਾ ਜਿਹੜਾ ਚਾਰਟ ਬਣੇਗਾ, ਇਹ ਵੀ ਮੈਂ ਇੱਕ ਅਲੱਗ ਤੋਂ ਇੱਕ ਫਲੋ ਚਾਰਟ ਬਣਾਵਾਂਗੀ ਕਿ ਐਸਾ ਤੁਹਾਨੂੰ ਚਾਰਟ ਬਣਾ ਕੇ ਦੇਵਾਂਗੇ ਜਿੱਥੋਂ ਤੁਹਾਨੂੰ ਕਦੀ ਵੀ ਸਗੋਸ਼, ਅਘੋਸ਼, ਮਹਾਪ੍ਰਾਣ ਅਤੇ ਅਲਪਪ੍ਰਾਣ ਦੇ ਵਿੱਚ ਕਦੀ ਵੀ ਡਾਊਟ ਨਹੀਂ ਆਏਗਾ ਅਤੇ ਹਮੇਸ਼ਾ ਤੁਹਾਨੂੰ ਟਿਪਸ ਦੇ ਰਹਿਣਗੇ ਕਿ ਕਿਹੜੀ ਧੁਨੀ ਸਗੋਸ਼ ਹੈ ਅਤੇ ਕਿਹੜੀ ਅਘੋਸ਼, ਕਿਹੜੀ ਮਹਾਪ੍ਰਾਣ, ਕਿਹੜੀ ਸਗੋਸ਼ ਮਹਾਪ੍ਰਾਣ ਹੈ ਅਤੇ ਕਿਹੜੀ ਸਗੋਸ਼ ਅਲਪਪ੍ਰਾਣ ਹੈ। ਤਾਂ ਉਹ ਚਾਰਟ ਇੰਨਾ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ। ਤਾਂ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ 2 ਚਾਰਟ ਜਿਹੜੇ ਅਗਲੀ ਵੀਡੀਓ 'ਚ ਦੇਖਾਂਗੇ। ਇੱਕ ਤਾਂ ਆਪਾਂ ਧੁਨੀਆਂ ਦਾ 35 ਅੱਖਰੀ ਦਾ ਚਾਰਟ ਦੇਖਾਂਗੇ ਅਤੇ ਦੂਸਰਾ ਵਿਅੰਜਨ ਵਰਗੀਕਰਨ ਦੇ ਉਚਾਰਨ ਢੰਗ ਵਾਲਾ ਜਿਹੜਾ ਹੈਗਾ ਇਹ ਵਾਲਾ ਚਾਰਟ ਜਿਹੜਾ ਆਪਾਂ ਦੇਖਾਂਗੇ। ਅਤੇ ਇਹ ਸੀਗੀ ਜੀ ਅੱਜ ਦੀ ਵੀਡੀਓ, ਜਿਹਦੇ ਵਿੱਚ ਅਸੀਂ ਵਿਆਕਰਨ ਦੇ ਵਿੱਚ ਅਸੀਂ ਪਹਿਲਾ ਜਿਹੜਾ ਹੈਗਾ ਧੁਨੀ ਬੋਧ ਨੂੰ ਡਿਟੇਲ ਦੇ ਵਿੱਚ ਸਮਝਿਆ। ਧੁਨੀ ਬੋਧ ਕੀ ਹੁੰਦਾ ਅਤੇ ਉਹਦੇ ਵਰਗੀਕਰਨ ਕੀਤਾ। ਉਸ ਤੋਂ ਪਹਿਲਾਂ ਆਪਾਂ 4 ਟਾਈਪਸ ਵਿਆਕਰਨ ਦੇ ਕੀਤੇ ਸੀ। ਵਿਆਕਰਨ ਦੀਆਂ 4 ਭਾਗ ਹੈਗੇ ਆ ਜੀ, ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਹੁਣ ਆਪਾਂ ਧੁਨੀ ਬੋਧ ਸ਼ੁਰੂ ਕੀਤਾ ਹੋਇਆ ਜੀ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ 2 ਚਾਰਟਸ ਜਿਹੜੇ ਆ ਦੇਖਾਂਗੇ ਅਤੇ ਫਿਰ ਇੱਕ ਇੱਕ ਕਰਕੇ ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਆਈ ਹੋਪ ਤੁਹਾਡੀ ਵੀਡੀਓ ਜਿਹੜੀ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਆਪਣਾ ਫੀਡਬੈਕ ਜੋ ਹੈ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓਜ਼ ਅਤੇ ਪੰਜਾਬੀ ਦੀ ਸੀਰੀਜ਼ ਦੀ ਅਤੇ ਇੰਗਲਿਸ਼ ਸੀਰੀਜ਼ ਦੀ ਆਉਣ ਵਾਲੀ ਸਾਰੀਆਂ ਅੱਗੇ ਵੀਡੀਓਜ਼ ਜਿਹੜੀਆਂ ਉਹਨਾਂ ਦੀ ਨੋਟੀਫਿਕੇਸ਼ਨ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਮਿਲੇਗੀ। ਤੁਸੀਂ ਮੈਨੂੰ ਫੇਸਬੁੱਕ 'ਤੇ ਵੀ ਫੋਲੋ ਕਰ ਸਕਦੇ ਹੋ। ਜੇ ਤੁਸੀਂ ਈਡੀਅਮਸ ਜਿਹੜੇ ਹੈ, ਫਰੇਜ਼ਿਸ ਹੈ, ਫਿਰ ਫਰੇਜ਼ਲ ਵਰਬਸ ਹੈ ਉਹ ਸਿੱਖਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਸੀਰੀਜ਼ ਜਿਹੜੀ ਹੈ ਫੇਸਬੁੱਕ ਚੈਨਲ 'ਤੇ ਸ਼ੁਰੂ ਕੀਤੀ ਹੋਈ ਹੈ, ਤੁਸੀਂ ਉਸਨੂੰ ਫੋਲੋ ਕਰ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।